ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਹਿਲਾਂ ਆਪਾਂ ਇੱਕ ਸ਼ਬਦ ਦੀ ਵਿਚਾਰ ਕੀਤੀ ਜੋ ਕਿ ਸ਼੍ਰੀ ਰਾਗ ਵਿੱਚ ਕਬੀਰ ਜੀ ਦਾ ਪਹਿਲਾ ਸ਼ਬਦ ਸੀ, ਤੇ ਅੱਜ ਆਪਾਂ ਕਬੀਰ ਜੀ ਦਾ ਦੂਜਾ ਸ਼ਬਦ ਸ਼੍ਰੀ ਰਾਗ ਦੇ ਵਿੱਚ ਹੀ ਜੋ ਹੈ ਇਹਦੀ ਵਿਚਾਰ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ 92 ਅੰਕ ਦੇ ਉੱਪਰ ਸੁਭਾਇਮਾਨ। ਆਓ ਪਹਿਲਾਂ ਸ਼ਬਦ ਸਰਵਣ ਕਰੀਏ ਜੀ। श्री राग कबीर जीओ का अचरज एक सुनो रे पंडिया, अब किछ कहन न जाई। सुर नर गण गंधर्व जिन मोहे, त्रिभवन में खुली लाई। राजा राम अनहद किंगुरी बाजै, जाकी दिष्ट नाद लिव लागै। रहाओ पाठी गगन ਸਿੰਘਿਆ अर चुंगिया, कनक कलश एक पाया। तिस मह धार चुऐ अत निर्मल, रस मह रसन चुआया। एक जो बात अनूप बनी है, पवन प्याला साजया। तीन पवन मह एको जोगी, कहो कवन है राजा। ऐसे ज्ञान प्रगट्या पुरखोत्तम, कहो कबीर रंग राता। और दुनी सब भरम पुलानी, मन राम रसायन माता। और दुनी सब भरम पुलानी, मन राम रसायन माता। गुरु ग्रंथ साहिब जी दे 92 अंक दे उपर ਇਹ ਸ਼ਬਦ ਸੁਭਾਇਮਾਨ ਹੈ ਜੋ ਕਿ ਕਬੀਰ ਜੀ ਦੁਆਰਾ ਉਚਾਰਨ ਕੀਤਾ ਹੈ ਸ਼੍ਰੀ ਰਾਗ ਦੇ ਵਿੱਚ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਮੈਂ ਬੇਨਤੀ ਕਰਦੇ ਹਾਂ ਕਿ ਬਹੁਤ ਸਾਰੇ ਟੀਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਹੋਏ ਆ। ਹਰ ਇੱਕ ਵਿਦਵਾਨ ਨੇ, ਕਥਾਕਾਰ ਨੇ, ਸਮਝਦਾਰ ਨੇ ਆਪੋ ਆਪਣੇ ਤਰੀਕੇ ਦੇ ਨਾਲ ਸ਼ਬਦਾਂ ਦੀ ਵਿਚਾਰ ਕੀਤੀ ਹੈ। ਇਸ ਲਈ ਮੈਂ ਬੇਨਤੀ ਕਰਾਂ ਕਿ ਕਿਸੇ ਵੀ ਸ਼ਬਦ ਦੀ ਕੋਈ ਆਖਰੀ ਵਿਆਖਿਆ ਨਹੀਂ ਹੁੰਦੀ। ਅਸੀਂ ਆਪਣੇ ਨਜ਼ਰੀਏ ਦੇ ਨਾਲ, ਜੋ ਸਾਡਾ ਨਜ਼ਰੀਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਬਣਿਆ, ਉਸ ਮੁਤਾਬਕ ਹੀ ਸ਼ਬਦ ਦੀ ਵਿਚਾਰ ਅਸੀਂ ਕਰ ਸਕਦੇ ਹਾਂ। ਇਸ ਲਈ ਮੈਂ ਇਹ ਜੋ ਸ਼ਬਦ ਦੀ ਵਿਚਾਰ ਕਰਨ ਜਾ ਰਹੇ ਹਾਂ, ਇਹ ਸ਼ਬਦ ਦੀ ਵਿਚਾਰ ਨਾ ਤੇ ਗ੍ਰਾਮਰ ਦੇ ਹੀ ਆਧਾਰਿਤ ਹੈ ਤੇ ਨਾ ਹੀ ਕੋਈ ਪੁਰਾਣੇ ਟੀਕਿਆਂ ਦੇ ਮੁਤਾਬਕ। ਇਸ ਵੇਲੇ ਜੋ ਮੇਰਾ ਨਜ਼ਰੀਆ, ਜੋ ਸ਼ਬਦ ਦੀ ਵਿਚਾਰ ਮੈਨੂੰ ਸਮਝ ਆਉਂਦੀ ਹੈ, ਉਹਦੇ ਮੁਤਾਬਕ ਹੀ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ। ਸ਼ਬਦ ਨੂੰ ਧਿਆਨ ਨਾਲ ਪੜ੍ਹਿਆ ਇੱਕ ਗੱਲ ਸਮਝ ਆ ਜਾਏਗੀ ਕਿ ਸ਼ਬਦ ਦੇ ਵਿੱਚ ਬਹੁਤ ਸਾਰੇ ਅਲੰਕਾਰ ਹੈ, ਉਦਾਹਰਨਾਂ ਨੇ, ਐਗਜ਼ਾਮਪਲਾਂ ਨੇ। ਪਰ ਕਬੀਰ ਜੀ ਜਿਹੜੀ ਗੱਲ ਕਹਿਣ ਜਾ ਰਹੇ ਹੈ ਉਹਨੂੰ ਜਰਾ ਤੁਸੀਂ ਧਿਆਨ ਨਾਲ ਵੇਖੋ। ਇਹ ਸ਼ਬਦ ਕਿਹਦੇ ਪ੍ਰਥਾਏ ਉਚਾਰਿਆ ਗਿਆ ਹੈ, ਇਸ ਪੰਕਤੀ ਤੋਂ ਸਮਝ ਆਉਣੀ ਹੈ। ਅਚਰਜ ਏਕ ਸੁਨੋ ਰੇ ਪੰਡੀਆ। ਪੰਡੀਆ ਦਾ ਅਰਥ ਹੈ ਪੰਡਤ। ਇੱਥੇ ਸ਼ਬਦ ਇਉਂ ਮਹਿਸੂਸ ਹੁੰਦਾ ਹੈ ਕਿ ਇੱਕ ਪੰਡਤ ਕੋਈ ਹੈ ਜਿਹਨੂੰ ਸੰਬੋਧਨ ਕਰਕੇ ਕਬੀਰ ਜੀ ਨੇ ਸ਼ਬਦ ਉਚਾਰੇ। ਸੋ ਇਸ ਕਰਕੇ ਪਹਿਲਾਂ ਪੰਡਤ ਬਾਰੇ ਜਾਣਨਾ ਜ਼ਰੂਰੀ ਹੈ ਕਿ ਜਿਹਨੂੰ ਪੰਡੀਆ ਕਿਹਾ ਹੈ। ਬਹੁਤ ਵਾਰ ਕਹਿੰਦੇ ਨੇ ਕਿ ਸਤਿਕਾਰ ਲਫ਼ਜ਼ ਹੋਣੇ ਚਾਹੀਦੇ ਆ, ਸਾਰੇ ਧਰਮ ਇੱਕੋ ਜਿਹੇ ਆ, ਸਾਰੇ ਬਰਾਬਰਤਾ ਦੀ ਗੱਲ ਹੈ। ਜਿਵੇਂ ਅੱਜ ਦੇ ਦੌਰ ਦੇ ਵਿੱਚ ਬਹੁਤ ਲੋਕ, ਜਿਵੇਂ ਪਿੱਛੇ ਜੇ ਇੱਕ ਕਥਾਕਾਰ ਨੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਲਾਈਵ ਕਥਾ ਕਰਦੇ ਹੋਏ ਕਿਹਾ ਸੀ ਕਿ ਜਿਹੜੀ ਜੋਤ ਗੁਰੂ ਨਾਨਕ ਵਿੱਚ ਹੈ, ਉਹੀ ਜੋਤ ਰਾਮਚੰਦਰ ਵਿੱਚ ਵੀ ਹੈ, ਉਹੀ ਜੋਤ ਕ੍ਰਿਸ਼ਨ ਵਿੱਚ ਵੀ ਹੈ। ਜੇ ਰਾਮ ਨੂੰ ਗਲਤ ਕਹੋਗੇ ਤਾਂ ਨਾਨਕ ਨੂੰ ਵੀ ਗਲਤ ਕਹਿ ਜਾਣਾ, ਜੇ ਕ੍ਰਿਸ਼ਨ ਨੂੰ ਗਲਤ ਕਹੋਗੇ ਤਾਂ ਨਾਨਕ ਨੂੰ ਵੀ ਉਹ ਗਾਲ ਜਿਹੜੀ ਹੈ ਜਾਣੀ ਹੈ। ਇਸ ਤਰ੍ਹਾਂ ਜੇ ਉਹਨਾਂ ਨੂੰ ਅੱਗੋਂ ਜਵਾਬ ਦਿੱਤਾ ਜਾਏ ਕਿ ਭਾਈ ਜੇ ਰਾਮ ਨੂੰ ਗਲਤ ਨਹੀਂ ਕਹਿਣਾ, ਯਾਨੀ ਰਾਮ ਦੇ ਇਤਿਹਾਸ ਬਾਰੇ ਉਹਦਾ ਆਪਾਂ ਛਾਣਬੀਣ ਕਰਕੇ ਕੋਈ ਗੱਲ ਨਹੀਂ ਕਹਿ ਸਕਦੇ, ਤਾਂ ਫਿਰ ਰਾਵਣ ਬਾਰੇ ਵੀ ਨਹੀਂ ਕਹਿ ਸਕਦੇ, ਕਿਉਂਕਿ ਰਾਵਣ ਤੇ ਰਾਮ ਦੇ ਵਿੱਚ ਵੀ ਜੋਤ ਫਿਰ ਇੱਕੋ ਹੀ ਆ। ਕੰਸ ਤੇ ਕ੍ਰਿਸ਼ਨ ਦੋਵਾਂ ਦੇ ਵਿੱਚ ਹੀ ਜੋਤ ਇੱਕੋ ਆ, ਫਿਰ ਕੰਸ ਨੂੰ ਵੀ ਆਪਾਂ ਗਲਤ ਨਹੀਂ ਕਹਿ ਸਕਦੇ। ਇਸ ਲਈ ਇੱਥੇ ਵੀ ਹੁਣ ਆਮ ਤੌਰ 'ਤੇ ਜਿਹੜੀ ਗੱਲ ਲੋਕਾਂ ਦੇ ਵਿੱਚ ਬਣੀ ਹੋਈ ਹੈ ਕਿ ਸਾਰੇ ਭਗਵਾਨ ਇੱਕੋ ਜਿਹੇ ਆ, ਸਾਰੇ ਧਰਮ ਇੱਕੋ ਜਿਹੇ ਆ। ਨਹੀਂ ਭਾਈ, ਜਿੱਥੇ ਏਕਤਾ ਦੀ ਗੱਲ ਆਈ ਹੈ ਗੁਰਬਾਣੀ ਵਿੱਚ ਸਪਸ਼ਟ ਤੌਰ ਤੇ ਉਹਨਾਂ ਦੇ ਲਈ ਕਿਹਾ ਗਿਆ ਹੈ ਕਿ ਸਾਰਿਆਂ ਦੇ ਵਿੱਚ ਇੱਕੋ ਜੋਤ ਦਾ ਮਤਲਬ ਹੈ ਰੱਬ ਕਿਸੇ ਦੇ ਲਈ ਕੋਈ ਖਾਸ ਨਹੀਂ ਹੈ। ਉਹ ਇੱਕ ਨਿਯਮ ਦੇ ਤਹਿਤ, ਕੁਦਰਤੀ ਨਿਯਮ ਦੇ ਤਹਿਤ ਜੋ ਕੰਮ ਕਰਦਾ ਹੈ, ਉਹ ਨਿਯਮ ਜਿਹੜਾ ਹੈ ਉਹ ਸਾਰਿਆਂ ਲਈ ਇੱਕੋ ਜਿਹਾ ਹੈ।
ਚਾਹੇ ਕੋਈ ਕਿਸੇ ਵੀ ਮਜ਼ਹਬ ਦੇ ਵਿੱਚ ਹੋਵੇ, ਕਿਸੇ ਵੀ ਧਰਮ ਦੇ ਵਿੱਚ ਹੋਵੇ। ਖੈਰ ਅੱਗੇ ਇਹਦੀ ਗੱਲ ਆਪਾਂ ਫਿਰ ਕਰਾਂਗੇ। ਇੱਥੇ ਪੰਡੀਆ ਸ਼ਬਦ ਉਸ ਪੰਡਤ ਲਈ ਉਚਾਰਿਆ ਜੋ ਲੋਕਾਂ ਲਈ ਤਾਂ ਬੜਾ ਸਤਿਕਾਰਤ ਹੋ ਸਕਦਾ, ਉਹ ਪੰਡਤ, ਉਹ ਬ੍ਰਾਹਮਣ ਜਿਹੜਾ ਲੋਕਾਂ ਦਾ ਗੁਰੂ ਹੋ ਸਕਦਾ ਹੈ, ਲੋਕ ਉਹਨੂੰ ਗੁਰੂ ਕਹਿੰਦੇ ਹੋਣਗੇ, ਪਰ ਕਬੀਰ ਜੀ ਨੇ ਉਹਨੂੰ ਜੁੱਤੀ ਦੀ ਨੋਕ ਤੇ ਵੀ ਨਹੀਂ ਜਾਣਿਆ, ਪੰਡੀਆ ਕਹਿ ਕੇ ਸੰਬੋਧਨ ਕੀਤਾ ਹੈ। ਆਪਾਂ ਜਾਣਦੇ ਹਾਂ ਕਿ ਪੰਡੀਆ ਲਫ਼ਜ਼ ਉਦੋਂ ਕਿਹਾ ਜਾਂਦਾ ਜਦੋਂ ਅਸੀਂ ਕਿਸੇ ਦੀ ਸਤਿਕਾਰ ਨਾ ਕਰਦੇ ਹੋਈਏ। ਹੁਣ ਸਤਿਕਾਰ ਕਿਉਂ ਨਹੀਂ ਕੀਤਾ ਜਾ ਰਿਹਾ? ਕਿਉਂਕਿ ਉਹ ਪੰਡਤ ਹੈ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਭਗਤ ਬਣਾ ਕੇ ਉਹਨਾਂ ਨੂੰ ਲੁੱਟਣ ਦਾ ਮਨਸੂਬਾ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖਦਾ ਹੈ। ਇਸ ਲਈ ਕਬੀਰ ਜੀ ਨੇ ਜਿਹੜਾ ਇੱਥੇ ਸ਼ਬਦ ਵਰਤਿਆ ਉਹ ਪੰਡੀਆ, ਵੀ ਮੈਂ ਨਹੀਂ ਤੇਰੀ ਪਰਵਾਹ ਕਰਦਾ, ਲੋਕ ਤੈਨੂੰ ਗੁਰੂ ਮੰਨਦੇ ਹੋਣਗੇ। ਇਸ ਕਰਕੇ ਪੰਡਤ ਨੂੰ ਸਾਹਮਣੇ ਹੋ ਕੇ ਸੰਬੋਧਨ ਕਰਕੇ ਇਹ ਸ਼ਬਦ ਕਬੀਰ ਜੀ ਨੇ ਉਚਾਰਿਆ, ਅਚਰਜ ਏਕ ਸੁਨੋਰੇ ਪੰਡੀਆ। ਹੁਣ ਪੰਡਤ ਉਹ ਹੈ ਜਿਹੜਾ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕਰਦਾ ਹੈ, ਧਾਰਮਿਕ ਗ੍ਰੰਥਾਂ ਦੇ ਮੰਤਰਾਂ ਦਾ ਉਚਾਰਨ ਕਰਦਾ ਹੈ, ਲੋਕਾਂ ਨੂੰ ਆਪੋ ਆਪਣੇ ਤਰੀਕੇ ਦੇ ਨਾਲ, ਆਪੋ ਆਪਣੇ ਸਿਸਟਮ ਦੇ ਨਾਲ ਚਲਾਉਣ ਦਾ ਯਤਨ ਕਰਦਾ ਹੈ ਕਿ ਤੇਰੇ ਲਈ ਆਹ ਦਿਨ ਚੰਗਾ, ਆਹ ਦਿਨ ਮਾੜਾ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਪੰਡਤ ਨੇ ਰਾਹ ਧਰਮ ਦੇ ਨਾਂ ਹੇਠ ਚਲਾਏ ਹੋਏ ਆ। ਸੋ ਉਹਨਾਂ ਰਾਹਾਂ ਨੂੰ ਰੱਦ ਕਰਦੇ ਹੋਏ ਕਬੀਰ ਜੀ ਜਿਹੜੀ ਆਪਣੀ ਗੱਲ ਆ ਉਹ ਕਰ ਰਹੇ ਆ। ਕਬੀਰ ਜੀ ਕਹਿਣ ਲੱਗੇ, ਅਚਰਜ ਏਕ ਸੁਨੋਰੇ ਪੰਡੀਆ। ਇਹ ਪੰਡਤ ਇੱਕ ਹੈਰਾਨੀ ਵਾਲੀ ਗੱਲ ਸੁਣ ਤੂੰ ਧਿਆਨ ਦੇ ਨਾਲ। ਅਬ ਕਿਛ ਕਹਿਣ ਨਾ ਜਾਈ, ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰਿਭਵਨ ਮੇਖੁਲੀ ਲਾਈ। ਹੁਣ ਕੀ ਹੈ, ਪੰਡਤ ਕਹਿੰਦਾ ਕਿ ਸਾਰੇ ਆਲੇ ਦੁਆਲੇ ਮਾਇਆ ਹੀ ਮਾਇਆ, ਚਾਰ ਛਪੇਰੇ ਮਾਇਆ ਹੈ ਜਿਹੜੀ ਤੈਨੂੰ ਮੋਹ ਲਵੇਗੀ, ਤੈਨੂੰ ਠੱਗਿਆ ਹੋਇਆ। ਤੇ ਕਬੀਰ ਜੀ ਕਹਿਣ ਲੱਗੇ, ਜੇ ਕੋਈ ਐਸੀ ਮਾਇਆ ਹੈ ਤਾਂ ਉਹਨੇ ਕੱਲਾ ਮੈਨੂੰ ਨਹੀਂ, ਪੂਰੇ ਦੇ ਪੂਰੇ ਸੁਰ ਦੇਵਤੇ ਜਿਹੜੇ ਆ ਉਹਨਾਂ ਨੂੰ ਵੀ, ਨਰ ਮਨੁੱਖਾਂ ਨੂੰ ਵੀ, ਗਣ ਜਿਹੜੇ ਸ਼ਿਵ ਜੀ ਦੇ ਭਗਤ ਗਿਣੇ ਜਾਂਦੇ ਆ, ਗਣ ਕਹਿੰਦੇ ਨੇ, ਗੰਧਰਵ ਦੇਵਤਿਆਂ ਦੇ ਅੱਗੇ ਜਿਹੜੇ ਰਾਗੀ ਹੁੰਦੇ ਗਾਉਣ ਵਾਲੇ, ਜਿਨ ਮੋਹੇ ਤ੍ਰਿਭਵਨ ਮੇਖੁਰੀ ਲਾਈ। ਤਿੰਨਾਂ ਭਵਨਾਂ ਨੂੰ, ਤਿੰਨ ਭਵਨਾਂ ਦਾ ਭਾਵ ਵੀ ਹੈ ਪੂਰੀ ਸ੍ਰਿਸ਼ਟੀ। ਇੱਥੇ ਤਿੰਨ ਭਵਨ ਦਾ ਮਤਲਬ ਸਵਰਗ ਮੱਛ ਪਿਆਲ ਕੱਲਾ ਨਹੀਂ ਹੈ, ਇਹ ਤਾਂ ਉਹਨਾਂ ਦੀ ਮਿੱਥ ਹੈ, ਪਰ ਇੱਥੇ ਮਤਲਬ ਹੈ ਪੂਰੀ ਦੀ ਪੂਰੀ ਸ੍ਰਿਸ਼ਟੀ, ਪੂਰੀ ਕਾਇਨਾਤ ਦੇ ਵਿੱਚ ਜਿੰਨੇ ਜੀ ਹੈ ਉਹ ਕਿਵੇਂ ਮੋਹੇ ਹੋਏ ਆ। ਅਬ ਕਿਛ ਕਹਿਣ ਨਾ ਜਾਈ। ਹੁਣ ਇੱਥੇ ਕੀ ਮਤਲਬ ਹੈ, ਅਚਰਜ ਏਕ ਸੁਨੋਰੇ ਪੰਡੀਆ, ਅਬ ਕਿਛ ਕਹਿਣ ਨਾ ਜਾਈ, ਤੂੰ ਹੁਣ ਹੋਰ ਕੁਛ ਨਾ ਕਹੀਂ, ਹੋਰ ਕੁਛ ਕਹਿਣਾ ਬਣਦਾ ਨਹੀਂ। ਪਰ ਗੱਲ ਅਸਲ ਵਿੱਚ ਕੀ ਹੈ, ਇਹ ਤੇ ਜਿਹੜੀ ਤੂੰ ਕਹਿੰਦਾ ਕਿ ਉਸ ਰੱਬ ਨੇ ਇਦਾਂ ਦੁਨੀਆ ਨੂੰ ਚਲਾਉਂਦਾ, ਉਹ ਤਾਂ ਸਾਰੀ ਕਾਇਨਾਤ ਦੇ ਵਿੱਚ ਇੱਕੋ ਜਿਹਾ ਹੀ ਹੈ। ਜਿਹੜੇ ਦੇਵਤਿਆਂ ਦੀ ਤੂੰ ਆਰਾਧਨਾ ਕਰਵਾਉਣਾ, ਉਹ ਦੇਵਤੇ ਵੀ ਉਸ ਦੇ ਅਧੀਨ ਹੈ। ਨਹੀਂ ਤਾਂ ਪੂਰੇ ਦੇਵਤਿਆਂ ਦੀਆਂ ਕਹਾਣੀਆਂ ਜਿੰਨੀਆਂ ਪੜ੍ਹ ਕੇ ਵੇਖ ਲਓ, ਹਰ ਥਾਂ ਤੇ ਇੱਕ ਦੇਵਤਾ ਦੂਜੇ ਦੇਵਤੇ ਨਾਲ ਝਗੜਾ ਕਰ ਰਿਹਾ, ਉਹਦੀਆਂ ਕਹਾਣੀਆਂ ਇਦਾਂ ਦੀਆਂ, ਸਾਰੇ ਸਿਸਟਮ ਨੂੰ ਵੇਖਿਆ ਪਤਾ ਲੱਗਦਾ ਉਹ ਆਪ ਮਾਇਆ ਵਿੱਚ ਗ੍ਰਸੇ ਹੋਏ ਆ। ਅੱਗੇ ਕਹਿੰਦੇ, ਰਾਜਾ ਰਾਮ ਅਨਹਦ ਕਿੰਗਰੀ ਬਾਜੈ। ਰਾਜਾ ਰਾਮ, ਰਾਜਾ ਮਤਲਬ ਸਾਰਿਆਂ ਤੋਂ ਵੱਡਾ ਸਰਮੋਰ ਆਗੂ, ਰਾਮ ਫੈਲਿਆ ਹੋਇਆ, ਕੁਦਰਤੀ ਨਿਜ਼ਮ, ਕੁਦਰਤੀ ਐਨਰਜੀ, ਪਾਵਰ, ਯਾਨੀ ਜਿਹੜਾ ਹਰ ਥਾਂ ਤੇ ਵਸਦਾ, ਰਮਿਆ ਹੋਇਆ। ਉਹ ਕੀ ਹੈ, ਪਾਵਰ ਹੈ, ਉਹ ਇੱਕ ਨਿਯਮ ਦੇ ਤਹਿਤ ਕੰਮ ਕਰ ਰਹੀ ਆ, ਉਹ ਐਨਰਜੀ ਹੈ, ਉਹ ਰੂਲ ਆਫ ਨੇਚਰ ਆ, ਨੇਚਰ ਦੀ ਪਾਵਰ ਹੈ ਜਿਹੜੀ ਉਹ ਹਰ ਥਾਂ ਤੇ ਹੈ। ਕਹਿੰਦੇ ਅਨਹਦ ਕਿੰਗਰੀ ਬਾਜੈ, ਹਰ ਵਕਤ, ਅਨਹਦ ਹੱਦ ਤੋਂ ਰਹਿਤ, ਹੱਦ ਤੋਂ ਪਰੇ, ਲਗਾਤਾਰ, ਕਿੰਗੁਰੀ ਬਾਜੈ। ਕਿੰਗੁਰੀ ਜਿਹੜੇ ਜੋਗੀ ਇੱਕ ਵਾਜਾ ਵਜਾਉਂਦੇ ਆ, ਜਿਹਨੂੰ ਉਹ ਕਿੰਗੁਰੀ ਬੋਲਦੇ ਆ, ਉਹਨਾਂ ਦੇ ਧਰਮ ਦੇ ਮੁਤਾਬਕ, ਯੋਗ ਮਤ ਦੇ ਮੁਤਾਬਕ। ਕਹਿਣ ਲੱਗੇ ਉਹ ਜਿਹੜਾ ਸ੍ਰਿਸ਼ਟੀ ਦੀ ਪਾਵਰ ਐਨਰਜੀ ਹੈ, ਉਹਦਾ ਹੁਕਮ ਜਿਹੜਾ ਹੈ, ਯਾਨੀ ਉਹਦਾ ਨਿਯਮ ਜਿਹੜਾ ਹੈ, ਲਗਾਤਾਰ ਸਾਰਿਆਂ ਦੇ ਵਿੱਚ ਇੱਕੋ ਜਿਹਾ ਵੱਜ ਰਿਹਾ, ਇੱਕੋ ਜਿਹਾ ਕੰਮ ਕਰ ਰਿਹਾ। ਯਾਨੀ ਰੂਲ ਆਫ ਨੇਚਰ ਦੇ ਅੰਦਰ ਸਾਰੀ ਕਾਇਨਾਤ ਹੀ ਆਉਂਦੀ ਹੈ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਇਹ ਸਾਰਾ ਕੁਝ ਹੀ ਨਿਯਮ ਦੇ ਅੰਡਰ ਹੈ। ਜਿਵੇਂ ਆਪਾਂ ਅਕਸਰ ਤੌਰ ਤੇ, ਆਮ ਤੌਰ ਤੇ ਕਹਿੰਦੇ ਆ ਕਿ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਯਾਨੀ ਪੱਤਾ ਕੀ ਨਹੀਂ ਹਿਲਦਾ, ਹੁਕਮ ਕੀ ਹੈ, ਉਸ ਦਾ ਨਿਯਮ, ਕੁਦਰਤੀ ਨਿਯਮ, ਉਸ ਜਿਹੜੀ ਪਾਵਰ ਐਨਰਜੀ ਆ ਜਿਸ ਨਿਯਮ ਦੇ ਤਹਿਤ ਕੰਮ ਕਰ ਰਹੀ ਹੈ, ਜਿਹੜੇ ਰੂਲ ਆਫ ਨੇਚਰ ਆ, ਉਸ ਨੇਚਰ ਤੋਂ ਬਾਹਰ, ਉਸ ਨਿਯਮ ਤੋਂ ਬਾਹਰ ਕੋਈ ਵੀ ਐਸਾ ਨਹੀਂ ਜਿਹੜਾ ਬਾਹਰ ਜਾ ਸਕੇ। ਸਾਰਿਆਂ ਉੱਤੇ ਇੱਕ ਰਸ, ਇੱਕ ਬਰਾਬਰ
ਉਹ ਜਿਹੜਾ ਉਹਦਾ ਹੁਕਮ ਹੈ ਉਹ ਚੱਲ ਰਿਹਾ। ਉਸ ਨੂੰ ਹੁਕਮ ਕਿਹਾ, ਜਿਹਨੂੰ ਆਪਾਂ ਰੱਬ ਦਾ ਹੁਕਮ ਕਹਿ ਦਿੰਦੇ ਹਾਂ ਕਿ ਰੱਬ ਦੇ ਹੁਕਮ ਤੋਂ ਬਾਹਰ ਨਹੀਂ, ਯਾਨੀ ਕੁਦਰਤ ਦੇ ਇਸ ਨਿਯਮ ਤੋਂ ਕਿਧਰੇ ਵੀ ਬਾਹਰ ਨਹੀਂ ਹੈ, ਸਾਰੇ ਇਸ ਨਿਯਮ ਦੇ ਵਿੱਚ। ਤੇ ਇਹ ਨਿਯਮ ਲਗਾਤਾਰ ਕੰਮ ਕਰ ਰਿਹਾ, ਰੁਕ ਕੇ ਨਹੀਂ, ਹਰ ਥਾਂ ਤੇ ਔਰ ਲਗਾਤਾਰ ਕੰਮ ਕਰਦਾ ਹੈ। ਜਾ ਕੀ ਦ੍ਰਿਸ਼ਟ ਨਾਦ ਲਿਵ ਲਾਗੈ ਰਹਾਉ। ਕਬੀਰ ਜੀ ਕਹਿਣ ਲੱਗੇ, ਜਿਸ ਦ੍ਰਿਸ਼ਟੀ ਦੇ ਨਾਲ, ਜਿਹਦੀ ਦ੍ਰਿਸ਼ਟ ਦੇ ਵਿੱਚ ਆਏ, ਯਾਨੀ ਜਿਸ ਨਿਯਮ ਦੇ ਤਹਿਤ ਚੱਲੇ ਆ। ਹੁਣ ਦ੍ਰਿਸ਼ਟ ਕੀ ਹੈ? ਰੱਬ ਦੀ ਕਿਰਪਾ ਕੀ ਹੈ? ਅਸਲ ਦੇ ਵਿੱਚ ਅੱਜ ਤੱਕ ਸਾਨੂੰ ਜੋ ਸਿਖਾਇਆ ਗਿਆ ਕਿ ਜਿਹੜਾ ਬੰਦਾ ਰੱਬ ਦੇ ਹੁਕਮ ਵਿੱਚ ਚੱਲਦਾ ਹੈ, ਜਿਹੜਾ ਰੱਬ ਦੇ ਹੁਕਮ ਵਿੱਚ ਚੱਲਦਾ, ਰੱਬ ਉਹਦੇ ਤੇ ਮਿਹਰ ਕਰਦਾ ਹੈ। ਹੁਣ ਰੱਬ ਦਾ ਰੱਬੀ ਹੁਕਮ ਕੀ ਹੈ? ਕੁਦਰਤੀ ਨਿਯਮ। ਜਿਹੜਾ ਕੁਦਰਤੀ ਨਿਯਮਾਂ ਮੁਤਾਬਕ ਚੱਲਦਾ ਹੈ ਉਹਦੇ ਉੱਪਰ ਹਮੇਸ਼ਾ ਮਿਹਰ ਰਹਿੰਦੀ, ਯਾਨੀ ਦ੍ਰਿਸ਼ਟੀ ਰਹਿੰਦੀ ਹੈ। ਸਧਾਰਨ ਤੌਰ ਤੇ ਆਪਾਂ ਐਗਜ਼ਾਮਪਲ ਲਈਏ, ਜੇ ਆਪਾਂ ਸੜਕ ਦੇ ਚਲਦਿਆਂ ਹੋਇਆਂ ਸਾਰੇ ਟ੍ਰੈਫਿਕ ਦੇ ਰੂਲਸ ਨੂੰ ਫੋਲੋ ਕਰਾਂਗੇ ਤਾਂ ਉੱਥੇ ਸਾਡੀ ਸੇਫਟੀ ਬਣੀ ਰਹਿਣੀ ਹੈ। ਜਦੋਂ ਜਦੋਂ ਅਸੀਂ ਨਿਯਮ ਤੋੜਦੇ ਹਾਂ ਉਦੋਂ ਐਕਸੀਡੈਂਟ ਵੱਧਦੇ ਆ। ਇਸ ਲਈ ਹਰ ਇੱਕ ਬੰਦਾ ਧਿਆਨ ਰੱਖਦਾ ਹੈ, ਸਮਾਜ ਦੇ ਨਿਯਮ ਜਦੋਂ ਤੋੜੇ ਤਾਂ ਸਮਾਜ ਬਹਿਸ਼ਕਾਰ ਕਰੇਗਾ, ਦੇਸ਼ ਦੇ ਕਾਨੂੰਨ ਦਾ ਨਿਯਮ ਤੋੜੇ ਤਾਂ ਉਦੋਂ ਦੇਸ਼ ਕਾਨੂੰਨ ਜਿਹੜਾ ਹੈ ਉਹਨੂੰ ਜੇਲ੍ਹ ਵਿੱਚ ਬੰਦ ਕਰੇ ਜਾਂ ਸਜ਼ਾ ਦੇਵੇਗਾ। ਇਸ ਤਰ੍ਹਾਂ ਹਰ ਥਾਂ ਤੇ ਅਸੀਂ ਨਿਯਮ ਫੋਲੋ ਕਰਦੇ। ਇਸੇ ਤਰ੍ਹਾਂ ਹੀ ਕੁਦਰਤੀ ਨਿਯਮ ਜਿਹੜਾ ਹੈ, ਜੋ ਰੂਲ ਆਫ ਨੇਚਰ ਹੈ, ਜਦੋਂ ਵੀ ਕੋਈ ਬੰਦਾ ਉਸ ਨੂੰ ਫੋਲੋ ਕਰਦਾ, ਉਹਦੇ ਮੁਤਾਬਕ ਜੀਵਨ ਜਿਉਂਦਾ, ਉਹਦੇ ਤੇ ਉੱਪਰ ਕਿਰਪਾ ਰਹਿੰਦੀ। ਨਾਦ ਲਿਵ ਲਾਗੈ। ਕਬੀਰ ਜੀ ਕਹਿੰਦੇ ਕਿ ਇਸ ਤਰੀਕੇ ਨਾਲ ਹੀ ਨਾਦ ਸ਼ਬਦ ਕਹਿੰਦੇ ਆਵਾਜ਼ ਨੂੰ। ਹੁਣ ਇੱਥੇ ਨਿਯਮ ਨੇ ਆਵਾਜ਼ ਨਹੀਂ ਕਰਨੀ, ਇੱਥੇ ਵੀ ਇੱਕ ਅਲੰਕਾਰ ਹੈ, ਇੱਕ ਸ਼ਬਦ ਨੂੰ ਸੰਬੋਧਨ ਕੀਤਾ ਗਿਆ ਹੈ। ਜਿਵੇਂ ਜੋਗ ਮਤ ਦੇ ਵਿੱਚ ਨਾਦ ਨੂੰ ਮਹਾਨ ਗਿਣਿਆ ਜਾਂਦਾ ਹੈ। ਜਿਹੜੇ ਲੋਕ ਜੋਗੀ ਸੀ ਉਹ ਹਮੇਸ਼ਾ ਕੀ ਕਰਦੇ ਸੀ? ਇੱਕ ਸ਼ਬਦ ਦਾ ਰਟਨ ਕਰਦੇ ਸੀ, ਵਾਰ-ਵਾਰ ਇੱਕ ਸ਼ਬਦ ਨੂੰ ਵਾਰ-ਵਾਰ ਗਾਉਂਦੇ, ਇੱਕ ਗੂੰਜ ਦੇ ਤਹਿਤ, ਜਿਵੇਂ ਇੱਕ ਸਮਾਧੀ ਲਾ ਕੇ ਬੈਠਦੇ, ਉਹ ਸ਼ਬਦ ਨੂੰ ਗਾਇਨ ਕਰਕੇ ਜਾਂ ਕੋਈ ਸ਼ੂਨ ਦੇ ਵਿੱਚ ਜਾ ਕੇ ਇੱਕ ਨਾਦ ਦੇ ਵਿੱਚ ਆਪਣੇ ਆਪ ਨੂੰ ਜੋੜਨ ਦਾ ਯਤਨ ਕਰਦਾ। ਕਬੀਰ ਜੀ ਨੇ ਉਹਨਾਂ ਸਾਰੇ ਸ਼ਬਦਾਂ ਨੂੰ, ਉਹਨਾਂ ਚੀਜ਼ਾਂ ਦਾ ਖੰਡਨ ਕਰਕੇ ਇਹ ਕਿਹਾ ਕਿ ਜਿਹੜਾ ਕੁਦਰਤੀ ਨਿਯਮ ਹੈ, ਰੂਲ ਆਫ ਨੇਚਰ ਹੈ, ਇਹਦੀ ਧੁਨ ਵਿੱਚ ਜਦੋਂ ਲੱਗ ਜਾਂਦਾ ਬੰਦਾ, ਉਹਦੇ ਵਿੱਚ ਲਿਵ ਲੱਗ ਜਾਂਦੀ ਹੈ। ਤੇ ਉਹ ਕਦੋਂ ਹੁੰਦਾ? ਜਦੋਂ ਉਹ ਨਿਯਮਾਂ ਤਹਿਤ ਚੱਲਣਾ ਸ਼ੁਰੂ ਕਰ ਦਿੰਦਾ ਹੈ। ਭਾਠੀ ਗਗਨ ਸਿੰਘਿਆਂ ਅਰ ਚੁੰਗਿਆਂ ਕਨਕ ਕਲਸ ਇੱਕ ਪਾਇਆ। ਇਹਦੇ ਨਾਲ ਹੀ ਜਿਹੜੇ ਜੋਗੀ ਹੁੰਦੇ ਆ ਉਹ ਅਕਸਰ ਸ਼ਰਾਬ ਪੀਂਦੇ ਸੀ, ਅੱਜ ਵੀ ਸ਼ਾਇਦ ਪੀਂਦੇ ਹੋਣ। ਉਹ ਸ਼ਰਾਬ ਬਣਾਉਣ ਵਾਲੇ ਕੀ ਕਰਦੇ ਸੀ? ਇੱਕ ਭੱਠੀ ਦੇ ਉੱਪਰ ਗੁੜ ਆਦਿਕ ਚੀਜ਼ਾਂ ਲੈ ਕਰਕੇ ਜਦੋਂ ਸ਼ਰਾਬ ਬਣਾਉਂਦੇ ਸੀ, ਦੋ ਪਾਈਪਾਂ ਲੱਗਦੀਆਂ ਸੀ, ਜਿਹਨੂੰ ਸਿੰਘਿਆਂ ਤੇ ਚੁੰਗਿਆਂ ਇੱਥੇ ਕਿਹਾ ਗਿਆ। ਉਹ ਪਾਈਪਾਂ ਦੇ ਨਾਲ ਇੱਕ ਪਾਸੇ ਅਰਕ ਨਿਕਲਦਾ ਹੁੰਦਾ ਸੀ ਸ਼ਰਾਬ ਦਾ, ਤੇ ਦੂਜੇ ਪਾਸੇ ਵੇਸਟੇਜ ਪਾਣੀ ਜਿਹੜਾ ਹੁੰਦਾ ਸੀ, ਵਾਧੂ ਪਾਣੀ ਸੀ, ਉਹ ਪਾਈਪ ਰਾਹੀਂ ਉਹ ਨਿਕਲਦਾ ਸੀ। ਉਹ ਸ਼ਰਾਬ ਕੱਢਣ ਵਾਲਿਆਂ ਦਾ ਇੱਕ ਤਰੀਕਾ ਹੁੰਦਾ ਸੀ। ਇਸੇ ਤਰ੍ਹਾਂ ਕਬੀਰ ਜੀ ਕਹਿਣ ਲੱਗੇ ਕਿ ਹੁਣ ਕੀ ਹੋਇਆ ਵੀ ਮੇਰਾ ਜਿਹੜਾ ਭਾਠੀ ਗਗਨ, ਭੱਠੀ ਜਿਹੜਾ ਉਹ ਗਗਨ ਦਾ ਮਤਲਬ ਹੈ ਵੀ ਮੇਰਾ ਦਿਮਾਗ, ਮੇਰਾ ਜਿਹੜਾ ਦਿਮਾਗ ਹੈ। ਇੱਥੇ ਗਗਨ ਦਿਮਾਗ ਸ਼ਬਦ ਜਿਹੜਾ ਹੈ ਗੁਰਬਾਣੀ ਵਿੱਚ ਨਹੀਂ ਆਇਆ, ਪਰ ਉਹਦੇ ਥਾਂ ਤੇ ਹੋਰ ਬਹੁਤ ਸਾਰੇ ਸ਼ਬਦ ਅਲੰਕਾਰ ਕਰਕੇ ਆਏ ਆ। ਇੱਥੇ ਗਗਨ ਦਾ ਅਰਥ ਹੈ ਦਿਮਾਗ, ਤੇ ਇਸੇ ਗਗਨ ਨੂੰ 10ਵਾਂ ਦੁਆਰ ਵੀ ਕਿਹਾ ਜਾਂਦਾ। ਉਹ ਉੱਥੇ ਵੀ ਸ਼ਬਦ ਦਾ ਮਤਲਬ ਹੋਵੇਗਾ ਦਿਮਾਗ, ਸਮਝ ਦਾ ਜਿਹੜਾ ਸਾਡਾ ਦਿਮਾਗ ਹੈਗਾ, ਜਿਹੜਾ ਸਾਡਾ ਬ੍ਰੇਨ ਹੈਗਾ। ਕਹਿਣ ਲੱਗੇ ਹੁਣ ਮੇਰਾ ਜਿਹੜਾ ਬ੍ਰੇਨ ਆ, ਮੇਰਾ ਦਿਮਾਗ ਆ, ਇਹ ਇੱਕ ਭੱਠੀ ਬਣਿਆ ਹੋਇਆ। ਜਿਵੇਂ ਭੱਠੀ ਦੇ ਵਿੱਚ ਅਸੀਂ ਸੇਕਾ ਲੱਗਦਾ ਤੇ ਉਦੋਂ ਬਾਅਦ ਉਹਦਾ ਅਰਕ ਸ਼ਰਾਬ ਦਾ ਨਿਕਲਦਾ ਤੇ ਵੇਸਟੇਜ ਬਾਹਰ ਨਿਕਲਦਾ, ਇਸੇ ਤਰ੍ਹਾਂ ਮੇਰਾ ਦਿਮਾਗ ਦੇ ਵਿੱਚ ਜਦੋਂ ਮੇਰੀ ਬੁੱਧੀ ਕੰਮ ਕਰਦੀ ਆ ਤੇ ਉਸ ਵੇਲੇ ਦੋ ਪਾਈਪਾਂ ਦੇ ਰਾਹੀਂ ਸਿੰਘੀਆਂ ਤੇ ਚੁੰਗੀਆਂ, ਯਾਨੀ ਇੱਕ ਪਾਸੇ ਜਿਹੜੀ ਗਲਤ ਵਿਚਾਰ ਹੁੰਦੀ ਆ, ਵੇਸਟੇਜ ਹੁੰਦੀ ਆ, ਉਹਨੂੰ ਮੈਂ ਸਾਈਡ ਤੇ ਕੱਢ ਦਿੰਦਾ, ਤੇ ਜਿਹੜਾ ਅਰਕ ਹੁੰਦਾ ਉਹਨੂੰ ਮੈਂ ਇੱਕ ਪਾਸੇ ਰੱਖ ਲੈਣਾ। ਜਿਹੜੀ ਨੁਕਤੇ ਦੀ ਗੱਲ ਹੁੰਦੀ ਆ ਉਹਨੂੰ ਮੈਂ ਪਕੜ ਲੈਣਾ, ਵੇਸਟੇਜ ਗੱਲਾਂ ਨੂੰ ਮੈਂ ਖਿਆਲ ਨਹੀਂ ਕਰਦਾ, ਉਹਨਾਂ ਨੂੰ ਮੈਂ ਛੱਡ ਦਿੰਦਾ। ਇਸੇ ਤਰ੍ਹਾਂ ਮੇਰਾ ਦਿਮਾਗ ਹੈ ਇੱਕ ਭੱਠੀ ਬਣਿਆ ਹੋਇਆ, ਜਿਹਦੇ ਵਿੱਚੋਂ ਇਹ ਵੇਸਟੇਜ ਬਾਹਰ ਨਿਕਲਦਾ ਔਰ ਚੰਗੀਆਂ ਚੀਜ਼ਾਂ ਮੈਂ ਜਿਹੜੀਆਂ ਇੱਕ ਪਾਸੇ ਰੱਖ ਕੇ ਆਪਣੇ ਦਿਮਾਗ ਦੇ ਵਿੱਚ ਰੱਖਦਾ। ਭਾਠੀ ਗਗਨ ਸਿੰਘਿਆਂ ਅਰ ਚੁੰਗਿਆਂ ਕਨਕ ਕਲਸ ਇੱਕ ਪਾਇਆ। ਕਨਕ ਦਾ ਅਰਥ ਹੈ ਸੋਨਾ, ਕਲਸ ਘੜਾ। ਇੱਕ ਮੈਂ ਬਹੁਤ ਹੀ ਸੋਨੇ ਵਰਗਾ ਘੜਾ, ਸੋਨੇ ਦਾ ਘੜਾ ਜਿਵੇਂ ਹੁੰਦਾ ਇੱਦਾਂ ਘੜਾ ਪਾਇਆ। ਉਹ ਕੀ ਹੈ? ਮੇਰਾ ਦਿਮਾਗ ਹੈ, ਜਿਹਦੇ ਵਿੱਚ ਬਹੁਤ ਹੀ ਹੀਰੇ ਰਤਨ ਜਵਾਹਰ ਮਾਨਕ ਹੈਗੇ ਆ, ਕਿਉਂਕਿ ਵੇਸਟੇਜ ਮੈਂ ਬਾਹਰ ਕੱਢ ਦਿੱਤੀ ਆ ਔਰ ਇਹਦੇ ਵਿੱਚ ਸ਼ੁੱਧ ਸੋਨਾ ਜਿਹੜਾ ਹੈ, ਸ਼ੁੱਧ ਗੁਣ ਜਿਹੜੇ ਨੇ, ਸ਼ੁੱਧ ਗਿਆਨ ਜਿਹੜਾ ਹੈ ਉਹ ਮੇਰੇ ਦਿਮਾਗ ਵਿੱਚ ਟਿਕਿਆ ਹੋਇਆ।
ਤਿਸ ਮੈਂ ਧਾਰ ਚੁਐ ਅਤ ਨਿਰਮਲ, ਰਸ ਮਹਿ ਰਸਨ ਚੁਆਇਆ। ਕਹਿਣ ਲੱਗੇ ਹੁਣ ਉਹਦੇ ਵਿੱਚ ਗਿਆਨ ਦੀ ਨਿਰਮਲ ਧਾਰ ਜਿਹੜੀ ਹੈ ਉਹ ਹਮੇਸ਼ਾ ਚੱਲਦੀ ਹੈ। ਤਿਸ ਮੈਂ ਧਾਰ ਚੁਐ, ਉਹ ਧਾਰ ਜਿਹੜੀ ਚੱਲਦੀ ਲਗਾਤਾਰ ਕੁਦਰਤੀ ਨਿਯਮਾਂ ਦਾ ਗਿਆਨ ਜਿਹੜਾ ਹੈ ਉਹਦਾ ਨਾਲ ਮੈਨੂੰ ਕੀ ਹੁੰਦਾ, ਰਸ ਮੈਂ ਰਸਨ ਸੈ, ਰਸਾਂ ਤੋਂ ਮਹਾਨ ਰਸ, ਗਿਆਨ ਦਾ ਰਸ, ਆਨੰਦ ਦਾ ਰਸ ਜਿਹੜਾ ਹੈ ਉਹ ਹਮੇਸ਼ਾ ਮੇਰੇ ਦਿਮਾਗ ਵਿੱਚ ਚੱਲਦਾ ਰਹਿੰਦਾ ਹੈ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਕਹਿਣ ਲੱਗੇ ਇੱਕ ਬਾਤ ਜਿਹੜੀ ਬਹੁਤ ਹੀ ਸੁੰਦਰ ਬਣ ਗਈ ਹੈ। ਉਹ ਸੁੰਦਰ ਬਾਤ ਇਹ ਬਣ ਗਈ ਆ ਕਿ ਹੁਣ ਪਵਨ ਪਿਆਲਾ ਸਾਜਿਆ। ਹੁਣ ਸ਼ਰਾਬ ਜਿਹੜੇ ਪੀਂਦੇ ਸੀ ਉਹਨਾਂ ਨੂੰ ਇੱਕ ਪਿਆਲਾ ਚਾਹੀਦਾ ਸੀ। ਕਹਿਣ ਲੱਗੇ ਹੁਣ ਮੈਂ ਇਹ ਸਾਹਾਂ ਦਾ ਪਿਆਲਾ ਬਣਾ ਲਿਆ, ਪਵਨ ਦਾ ਪਿਆਲਾ ਬਣਾ ਲਿਆ। ਸਾਹਾਂ ਦਾ ਪਿਆਲਾ ਬਣਾਉਣ ਦਾ ਮਤਲਬ ਕੀ ਹੈ? ਪਵਨ ਦਾ ਪਿਆਲਾ, ਸਾਹਾਂ ਦਾ ਪਿਆਲੇ ਦਾ ਮਤਲਬ ਹੈ ਲਗਾਤਾਰ ਜਿਵੇਂ ਸਾਹ ਚੱਲਦੇ ਹੈ ਇੱਦਾਂ ਲਗਾਤਾਰ ਹਰ ਰੋਜ਼, ਨਿਤ, ਹਰ ਵਕਤ, ਹਰ ਟਾਈਮ ਜਿਹੜਾ ਹੈ ਉਸ ਗਿਆਨ ਨੂੰ ਮੈਂ ਸਮੇਂ ਦੇ ਪਿਆਲੇ ਦੇ ਵਿੱਚ ਪਾ ਕੇ ਹਮੇਸ਼ਾ ਛਕਦਾ ਹਾਂ। ਯਾਨੀ ਉਹ ਹਮੇਸ਼ਾ ਉਸ ਗਿਆਨ ਦੇ ਵਿੱਚ ਵਿਚਰਦਾ ਹਾਂ। ਇਹ ਬੜੀ ਸੁੰਦਰ ਗੱਲ ਹੋ ਗਈ ਹੈ। ਇਹ ਨਹੀਂ ਕਿ ਕੁਛ ਟਾਈਮ ਵਾਸਤੇ ਮੈਂ ਗਿਆਨ ਦ੍ਰਿੜ ਕਰ ਲਿਆ ਜਾਂ ਕੁਛ ਟਾਈਮ ਲਈ ਮੈਂ ਸਮਝ ਲਿਆ ਤੇ ਬਾਅਦ ਛੱਡਤਾ, ਨਹੀਂ। ਕਹਿਣ ਲੱਗੇ ਹੁਣ ਲਗਾਤਾਰਤਾ ਦੀ ਗੱਲ ਬਣ ਗਈ ਹੈ। ਪੰਡਤ ਨੂੰ ਕਿਉਂ ਕਿਹਾ ਗਿਆ? ਕਿਉਂਕਿ ਪੰਡਤ ਵਾਰ-ਵਾਰ ਆ ਕੇ ਲੋਕਾਂ ਨੂੰ ਕਹਿੰਦਾ ਸੀ ਕਿ ਹੁਣ ਤੁਹਾਡੇ ਇੰਨੇ ਪਾਪ ਵੱਧ ਗਏ, ਹੁਣ ਇੰਨੇ ਬਰਾਬਰ ਪੁੰਨ ਕਰੋ, ਹੁਣ ਇਹ ਕੰਮ ਹੋ ਗਿਆ, ਹੁਣ ਤੁਸੀਂ ਇਹ ਕਰੋ। ਇੱਦਾਂ ਦੀਆਂ ਨੀਤੀਆਂ ਲੋਕਾਂ ਨੂੰ ਦੱਸਦਾ ਸੀ। ਤੇ ਪੰਡਤ ਨੂੰ ਕਿਹਾ ਕਿ ਭਾਈ ਹੁਣ ਤੇਰੀ ਲੋੜ ਨਹੀਂ ਮੈਨੂੰ, ਕਿਉਂਕਿ ਹੁਣ ਮੇਰਾ ਦਿਮਾਗ ਹੀ ਇੰਨਾ ਕੁ ਜ਼ਿਆਦਾ ਭੱਠੀ ਬਣ ਚੁੱਕਿਆ, ਇਹਦੇ ਵਿੱਚ ਹਮੇਸ਼ਾ ਹੀ ਮੈਂ ਗਲਤ ਚੀਜ਼ਾਂ ਨੂੰ ਛੱਡ ਦਿੰਦਾ। ਜਿਹੜਾ ਬਹੁਤ ਹੀ ਸੁੰਦਰ ਗਿਆਨ ਤੇ ਗੁਣ ਹੁੰਦੇ ਨੇ ਉਹਨਾਂ ਨੂੰ ਮੈਂ ਆਪਣੇ ਅੰਦਰ ਦ੍ਰਿੜ ਕਰਦਾ ਤੇ ਇਹ ਗੱਲ ਲਗਾਤਾਰ ਚੱਲਦੀ, ਕਿਸੇ ਵੀ ਟਾਈਮ ਤੂੰ ਮੈਨੂੰ ਭਟਕਾ ਨਹੀਂ ਸਕਦਾ। ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਕਹਿਣ ਲੱਗੇ ਹੁਣ ਤਿੰਨਾਂ ਭਵਨਾਂ ਵਿੱਚ ਯਾਨੀ ਸਾਰੀ ਦੁਨੀਆ ਦੇ ਵਿੱਚ ਇੱਕੋ ਜੋਗੀ ਆ। ਹੁਣ ਇੱਥੇ ਦੋ ਗੱਲਾਂ ਇਹਦੇ ਸਾਹਮਣੇ ਆਉਣਗੀਆਂ। ਇੱਕ ਤੇ ਇਹ ਕਿ ਸਾਰੀ ਕਾਇਨਾਤ ਦੇ ਵਿੱਚ ਜਿਹੜਾ ਇੱਕ ਨਿਯਮ ਹੈ ਉਹੀ ਮਹਾਨ ਜੋਗੀ ਹੈ, ਉਹੀ ਸਭ ਤੋਂ ਮਹਾਨ ਹੈ, ਹੋਰ ਕੋਈ ਰਾਜਾ ਨਹੀਂ। ਤੇ ਦੂਸਰਾ ਇਹ ਹੈ ਕਿ ਮੇਰੇ ਲਈ ਸਾਰੀ ਦੁਨੀਆ ਦੇ ਵਿੱਚ ਮੇਰਾ ਜਿਹੜਾ ਦਿਮਾਗ ਹੈ ਇਹ ਹੀ ਇੱਕ ਜੋਗੀ ਹੈ। ਇਹ ਆਪਣੀ ਸਮਝ, ਆਪਣੀ ਅਕਲ ਜਿਹੜੀ ਹੈ ਮੇਰੇ ਅੰਦਰ ਟਿਕੀ ਹੈ, ਮੇਰੀ ਕਾਮਨ ਸੈਂਸ ਜਿਹੜੀ ਹੈ ਇਹ ਹੀ ਅਸਲ ਦੇ ਵਿੱਚ ਮੇਰੇ ਲਈ ਮਹਾਨ ਜੋਗੀ ਹੈ, ਜਿਹੜੀ ਮੈਨੂੰ ਹਮੇਸ਼ਾ ਗਿਆਨ ਨਾਲ ਜੋੜੀ ਰੱਖਦੀ ਹੈ। ਮੈਨੂੰ ਹੋਰ ਕਿਸੇ ਰਾਜੇ ਦੀ ਪਰਵਾਹ ਨਹੀਂ, ਨਾ ਕਿਸੇ ਰਾਮਚੰਦਰ ਦੀ ਪਰਵਾਹ, ਨਾ ਕਿਸੇ ਕ੍ਰਿਸ਼ਨ ਦੀ ਪਰਵਾਹ, ਨਾ ਕਿਸੇ ਜੋਗੀ ਗੋਰਖ ਆਦਿਕ ਦੀ ਮੈਨੂੰ ਪਰਵਾਹ ਹੈ। ਮੇਰੀ ਤਾਂ ਜਿਹੜਾ ਦਿਮਾਗ ਹੈ, ਜਿਹੜਾ ਇਹਦੇ ਵਿੱਚ ਜਿਹੜਾ ਗਿਆਨ ਆ ਚੁੱਕਿਆ ਤੇ ਜਿਹੜਾ ਹਮੇਸ਼ਾ ਮੈਂ ਗਿਆਨ ਗ੍ਰਹਿਣ ਕਰਦਾ, ਇਹ ਅਕਲ ਮੇਰੀ ਜਿਹੜੀ ਹੈ, ਇਹ ਮੇਰੀ ਕਾਮਨ ਸੈਂਸ ਹੈ, ਇਹ ਹਮੇਸ਼ਾ ਮੇਰੇ ਨਾਲ ਚੱਲਦੀ ਹੈ, ਮੈਨੂੰ ਜੋੜ ਕੇ ਆਪਣੇ ਨਾਲ ਰੱਖਦੀ ਹੈ, ਮੈਨੂੰ ਹੋਰ ਕਿਸੇ ਦੀ ਪਰਵਾਹ ਨਹੀਂ। ਐਸੇ ਗਿਆਨ ਪ੍ਰਗਟਿਆ ਪੁਰਖੋਤਮ। ਕਹਿਣ ਲੱਗੇ ਇਸ ਤਰ੍ਹਾਂ ਗਿਆਨ ਮੇਰੇ ਹਿਰਦੇ 'ਚ ਪ੍ਰਗਟ ਹੋ ਗਿਆ, ਮੇਰੇ ਦਿਮਾਗ ਵਿੱਚ ਗਿਆਨ ਪ੍ਰਗਟ ਹੋ ਗਿਆ। ਕਿਵੇਂ ਗਿਆਨ ਪ੍ਰਗਟ ਹੋਇਆ? ਕਿਉਂਕਿ ਮੈਂ ਆਪਣੇ ਦਿਮਾਗ ਨੂੰ ਭੱਠੀ ਦੀ ਤਰ੍ਹਾਂ ਬਣਾ ਲਿਆ। ਜਿਵੇਂ ਸ਼ਰਾਬ ਕੱਢਣ ਵਾਲੇ ਭੱਠੀ ਦੇ ਤਾਅ ਵਿੱਚ ਫਿਰ ਅੱਗੇ ਵਾਧੂ ਪਾਣੀ ਕੱਢਦੇ ਹੈ ਤੇ ਅਰਕ ਰੱਖ ਲੈਂਦੇ ਆ, ਇਸੇ ਤਰ੍ਹਾਂ ਮੈਂ ਵੇਸਟੇਜ ਚੀਜ਼ਾਂ ਨੂੰ ਛੱਡ ਦਿੱਤਾ, ਜਿਹੜੀਆਂ ਮੇਰੇ ਕੰਮ ਦੀਆਂ ਨਹੀਂ, ਜਿਹੜੀਆਂ ਮੇਰੇ ਜੀਵਨ ਦੇ ਮਤਲਬ ਨਹੀਂ, ਮੈਂ ਵਾਧੂ ਦੇ ਝਗੜੇ ਮੁਕਾ ਦਿੱਤੇ ਆ। ਪੰਡਤ ਦੀ, ਮੁੱਲਾ ਦੀ ਗੱਲ ਸਾਰੀ ਮੈਂ ਛੱਡ ਦਿੱਤੀ ਹੈ, ਮੈਂ ਲੋਕਾਂ ਦੇ ਧਰਮਾਂ ਦੀ ਗੱਲ ਛੱਡ ਦਿੱਤੀ ਹੈ। ਮੈਨੂੰ ਤੇ ਇਹ ਪਤਾ ਕਿ ਮੇਰੇ ਕੀ ਕੰਮ ਆਉਣਾ। ਅੱਜ ਵੀ ਸਾਨੂੰ ਲੋੜ ਹੈ ਅਸੀਂ ਵਾਧੂ ਦਾ ਭਾਰ ਛੱਡ ਦਈਏ, ਫਾਲਤੂ ਦੀਆਂ ਚੀਜ਼ਾਂ ਛੱਡ ਦਈਏ, ਅਸੀਂ ਉਹ ਚੀਜ਼ ਨੂੰ ਗ੍ਰਹਿਣ ਕਰੀਏ ਜਿਹੜੀ ਸਾਡੇ ਕੰਮ ਆਉਣੀ ਹੈ, ਜਿਹੜੇ ਸਾਡੇ ਜੀਵਨ ਨਾਲ ਸੰਬੰਧਿਤ ਹੋਵੇ, ਅਸੀਂ ਉਸ ਨੂੰ ਗ੍ਰਹਿਣ ਕਰਨਾ ਹੈ। ਕਹਿਣ ਲੱਗੇ ਇਸ ਤਰ੍ਹਾਂ ਕਰਕੇ ਐਸੇ ਗਿਆਨ ਪ੍ਰਗਟਿਆ ਪੁਰਖੋਤਮ। ਪੁਰਖ ਜਿਹੜਾ ਅਸਲੀ ਕੀ ਹੈ? ਨਿਯਮ, ਉਹ ਰੂਲ ਆਫ ਨੇਚਰ ਦਾ ਜਿਹੜਾ ਗਿਆਨ ਹੈ ਉਹ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਗਿਆ। ਮੈਨੂੰ ਸਮਝ ਆ ਗਿਆ ਕਿ ਮੇਰੇ ਲਈ ਕੀ ਚੰਗਾ ਹੈ। ਕਹੋ ਕਬੀਰ ਰੰਗ ਰਾਤਾ। ਕਹਿਣ ਲੱਗੇ ਇਸ ਤਰ੍ਹਾਂ ਕਬੀਰ ਰੰਗ ਵਿੱਚ ਰਤਿਆ ਗਿਆ, ਕੁਦਰਤੀ ਨਿਯਮਾਂ ਦੇ ਵਿੱਚ ਹਮੇਸ਼ਾ ਚੱਲਦਾ, ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ। ਮੈਨੂੰ ਨੈਗੇਟਿਵ ਤੇ ਪੋਜ਼ੀਟਿਵ ਦੋਵਾਂ ਗੱਲਾਂ ਦਾ ਪਤਾ ਹੈ ਤੇ ਉਹਨਾਂ ਨਿਯਮਾਂ ਮੁਤਾਬਕ ਮੈਂ ਚੱਲਦਾ। ਮੈਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ। ਔਰ ਦੁਨੀ ਸਭ ਭਰਮ ਭੁਲਾਨੀ। ਇਸ ਆਪਣੇ ਕਾਮਨ ਸੈਂਸ ਨੂੰ ਛੱਡ ਕੇ, ਆਪਣੇ ਦਿਮਾਗ ਨੂੰ ਛੱਡ ਕੇ, ਜਿਹੜੀ ਬਾਕੀ ਦੁਨੀਆ ਦੀਆਂ ਗੱਲਾਂ ਇਹ ਭਰਮ ਵਿੱਚ ਪਾਉਣ ਵਾਲੀਆਂ, ਚਾਹੇ ਉਹ ਧਰਮ ਦੇ ਨਾਂ ਤੇ ਹੋਵੇ, ਚਾਹੇ ਉਹ ਰਾਜਨੀਤੀ ਦੇ ਨਾਂ ਤੇ ਹੋਵੇ, ਚਾਹੇ ਕਿਸੇ ਵੀ ਨਾਂ ਤੇ ਹੋਵੇ। ਜਿੰਨਾ ਚਿਰ
ਅਸੀਂ ਆਪਣੀ ਕਾਮਨ ਸੈਂਸ ਨੂੰ ਛੱਡ ਕੇ, ਆਪਣੇ ਗਿਆਨ ਨੂੰ ਛੱਡ ਕੇ ਲੋਕਾਂ ਦੇ ਪਿੱਛੇ ਲੱਗਾਂਗੇ ਤਾਂ ਹਮੇਸ਼ਾ ਭਰਮਾਂ ਦੇ ਵਿੱਚ ਪਏ ਰਵਾਂਗੇ। ਕਹਿਣ ਲੱਗੇ ਉਹ ਦੁਨੀਆ ਦੀਆਂ ਗੱਲਾਂ ਤਾਂ ਭਰਮਾਂ ਵਿੱਚ ਪਾਉਣ ਵਾਲੀਆਂ, ਪੰਡਤ ਦੀਆਂ ਗੱਲਾਂ ਵੀ, ਕਾਜੀ ਦੀਆਂ ਗੱਲਾਂ ਵੀ, ਮੁੱਲਾ ਦੀਆਂ ਗੱਲਾਂ ਵੀ। ਤੇ ਅੱਜ ਇਉਂ ਸਮਝ ਲਿਓ ਕਿ ਜਿਹੜਾ ਗ੍ਰੰਥੀ ਹੈ, ਜਿਹੜਾ ਗਿਆਨ ਗੁਰੂ ਨੂੰ ਛੱਡ ਕੇ, ਜਿਹੜਾ ਗੁਰਬਾਣੀ ਦਾ ਗਿਆਨ ਛੱਡ ਕੇ ਵਾਧੂ ਦਾ ਹੋਰ ਭਾਰ ਚੱਕੀ ਫਿਰਦਾ ਹੈ ਮਰਿਆਦਾਵਾਂ ਦੇ ਨਾਮ ਤੇ, ਹੋਰ ਚੀਜ਼ਾਂ ਦੇ ਨਾਮ ਤੇ, ਉਹ ਸਭ ਭਰਮਾਂ ਵਿੱਚ ਪਾਉਣ ਵਾਲਾ ਹੈ। ਹਕੀਕਤ ਦੇ ਵਿੱਚ ਸਾਡਾ ਦਿਮਾਗ ਜਿਹੜਾ ਹੈ, ਜਿਹੜੀ ਸਾਡੀ ਕਾਮਨ ਸੈਂਸ ਹੈ, ਉਹ ਹੀ ਸਾਡੇ ਕੰਮ ਆਉਣੀ ਹੈ। ਕਹਿਣ ਲੱਗਾ ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਕਹਿਣ ਲੱਗੇ ਹੁਣ ਮੇਰਾ ਮਨ ਆ ਜਿਹੜਾ ਰਾਮ ਦੇ ਰਸਾਇਣ, ਰਸਾਇਣ ਕਹਿੰਦੇ ਆ ਦਵਾਈ ਨੂੰ, ਰਮੇ ਹੋਏ ਯਾਨੀ ਕੁਦਰਤੀ ਨਿਯਮਾਂ ਦਾ ਜਿਹੜਾ ਤੱਤ ਹੈ ਉਹਦੇ ਵਿੱਚ ਮੇਰਾ ਮਨ ਮਸਤ ਹੋ ਗਿਆ ਹੈ। ਕੁਦਰਤੀ ਨਿਯਮਾਂ ਨੂੰ ਮੇਰਾ ਮਨ ਸਮਝਣ ਲੱਗ ਪਿਆ। ਜਿਨ੍ਹਾਂ ਨੇ ਵੀ ਰੂਲ ਆਫ ਨੇਚਰ ਨੂੰ ਸਮਝਿਆ, ਉਹਨਾਂ ਨੇ ਆਪਣਾ ਜੀਵਨ ਸੋਹਣਾ ਬਣਾਇਆ, ਉਹਨਾਂ ਨੇ ਆਪਣਾ ਸਮਾਜ ਵੀ ਸੋਹਣਾ ਬਣਾਇਆ। ਉਹਨਾਂ ਨੇ ਸਾਰੇ ਸਿਸਟਮ ਨੂੰ ਸਮਝ ਕੇ ਅਕਲ ਤੋਂ, ਕਾਮਨ ਸੈਂਸ ਤੋਂ ਕੰਮ ਲੈ ਕੇ ਆਪਣੇ ਜੀਵਨ ਨੂੰ ਉੱਚਾ ਚੁੱਕਿਆ। ਇੱਦਾਂ ਕਬੀਰ ਜੀ ਕਹਿਣ ਲੱਗੇ, ਪੰਡਤ ਜੀ ਅਚਰਜ ਏਕ ਸੁਨੋ ਰੇ ਪੰਡਿਆ, ਪੰਡਤਾ ਇੱਕ ਹੈਰਾਨੀ ਵਾਲੀ ਗੱਲ ਸੁਣ, ਅਬ ਕਿਛ ਕਹਿਣ ਨਾ ਜਾਈ, ਹੋਰ ਤੈਨੂੰ ਕੁਝ ਕਹਿਣਾ ਨਹੀਂ ਬਣਦਾ। ਹੋਰ ਕੁਛ ਕਿਹਾ ਹੀ ਨਹੀਂ ਜਾਂਦਾ, ਹੋਰ ਗੱਲ ਹੀ ਮੇਰੇ ਕੋਲੇ ਕੋਈ ਨਹੀਂ, ਮੈਨੂੰ ਲੋੜ ਹੀ ਨਹੀਂ ਹੈ ਕਿਸੇ ਦੀ ਗੱਲ ਕਰਨ ਦੀ, ਕਿਉਂਕਿ ਮੈਨੂੰ ਤੇ ਮੇਰਾ ਜਿਹੜਾ ਦਿਮਾਗ ਹੈ ਉਹਦੇ ਵਿੱਚ ਇੰਨੀ ਸੋਹਣੀ ਪੱਠੀ ਬਣ ਗਈ ਹੈ ਕਿ ਵਾਧੂ ਚੀਜ਼ਾਂ ਮੈਂ ਕੱਢ ਦਿੰਦਾ। ਹੁਣ ਤੇਰੀਆਂ ਮਰਿਆਦਾਵਾਂ, ਤੇਰੇ ਤੀਰਥ, ਤੇਰੇ ਸਰੋਵਰ, ਤੇਰੀਆਂ ਅਨੇਕਾਂ ਜਿਹੜੀਆਂ ਚੀਜ਼ਾਂ ਵੇਦ ਮੰਤਰ ਆਦਿਕ, ਉਹ ਮੈਂ ਛੱਡ ਦਿੱਤੀਆਂ। ਉਹ ਸਿਰਫ ਵੇਸਟੇਜ ਹੈ, ਜ਼ਿੰਦਗੀ ਦੇ ਵਿੱਚ ਸਮਾਂ ਖਰਾਬ ਕਰਨ ਦੇ ਲਈ ਹੈ, ਜ਼ਿੰਦਗੀ ਦਾ ਸਵਾਦ ਖਰਾਬ ਕਰਨ ਦੇ ਲਈ ਹੈ। ਉਹਨਾਂ ਚੀਜ਼ਾਂ ਨੂੰ ਮੈਂ ਛੱਡ ਦਿੱਤਾ ਹੈ। ਜਿਹੜੀ ਇੱਕ ਨੁਕਤੇ ਦੀ ਗੱਲ ਹੈ ਉਹ ਰੂਲ ਆਫ ਨੇਚਰ ਦੀ ਗੱਲ, ਇੱਕ ਦੀ ਗੱਲ ਜਿਹੜੀ ਹੈ ਉਹ ਮੇਰੇ ਦਿਮਾਗ ਵਿੱਚ ਆ ਗਈ ਹੈ। ਹੁਣ ਉਸੇ ਚੀਜ਼ ਨੂੰ ਮੈਂ ਲੈ ਕੇ ਰੱਖਦਾ, ਬਾਕੀ ਸਾਰੀਆਂ ਚੀਜ਼ਾਂ ਨੂੰ ਮੈਂ ਛੱਡ ਦਿੱਤਾ ਹੈ। ਇਸ ਤਰ੍ਹਾਂ ਕਬੀਰ ਜੀ ਦਾ ਇਹ ਦੂਜਾ ਸ਼ਬਦ ਸ਼੍ਰੀ ਰਾਗ ਦੇ ਵਿੱਚ ਸੰਪੂਰਨ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।